ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਗੱਲ ਕਰੀਏ ਪੰਜਾਬ ਦੀ ਸਿਆਸਤ ਦੀ, ਜਿੱਥੇ ਅਸੀਂ ਗੱਲ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਹੈ। ਸੋ ਜਿਹੜੀ ਸਿੱਖ ਪੋਲੀਟਿਕਸ ਹੈ ਉਹਦੇ ਵਿੱਚ ਵੀ ਇੱਕ ਤਬਦੀਲੀ ਮੇਜਰ ਲੈਵਲ ਦੇ ਉੱਤੇ ਪਿਛਲੇ ਹਫ਼ਤਿਆਂ ਦੇ ਵਿੱਚ ਨਜ਼ਰ ਦੇ ਵਿੱਚ ਆਈ ਹੈ ਕਿ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਿਹੜੇ ਕਾਰਜਕਾਰੀ ਜਥੇਦਾਰ ਥਾਪੇ ਹੋਏ ਨੇ SGPC ਵੱਲੋਂ, ਉਹਨਾਂ ਵੱਲੋਂ ਮੀਟਿੰਗ ਸੱਦੀ ਗਈ, ਫਿਰ SGPC ਵੱਲੋਂ ਆਪ ਮੀਟਿੰਗ ਸੱਦੀ ਗਈ। ਦੋ ਉੱਪਰੋਂ ਥੱਲੇ ਜਿਹੜੀਆਂ ਮੀਟਿੰਗਾਂ ਸੱਦੀਆਂ ਗਈਆਂ, ਮਤਲਬ ਇੱਕ ਥਾਟ 'ਤੇ ਚਲੋ ਇਹਦੇ ਵਿੱਚ ਇਹ ਦੇਖਣ ਨੂੰ ਮਿਲਿਆ ਜਾਂ ਆਮ ਤੌਰ 'ਤੇ ਸਿੱਖ ਹਲਕਿਆਂ ਦੇ ਵਿੱਚ ਗੱਲ ਕਹੀ ਗਈ ਕਿ ਜੀ ਇਹ ਅਕਾਲੀ ਦਲ ਬਾਦਲ ਦੀ ਜਿਹੜੀ ਰਿਵਾਈਵਲ ਹੈ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਜਿਹੜੀ ਲਾਮਬੰਦੀ ਹੈ ਉਹ ਕੀਤੀ ਜਾ ਰਹੀ ਹੈ। ਪਰ ਦੂਜਾ ਪਾਸਾ ਇਹਦਾ ਇਹ ਵੀ ਹੈ ਵੀ ਜੇ ਇਸ ਕਿਸਮ ਦਾ ਕੋਈ ਸੈਟਅਪ ਬਣਦਾ ਜਾਂ ਉਸ ਕਿਸਮ ਦੀ ਸਿਆਸਤ ਉੱਭਰਦੀ ਹੈ ਜਿਹਦੇ ਵਿੱਚ ਸਿੱਖ ਥਾਟ ਜਿਹੜਾ ਆ ਪੰਜਾਬ ਪੱਖੀ ਥਾਟ ਉਹਨੂੰ ਬਲ ਮਿਲਦਾ, ਉਹ ਉੱਭਰ ਕੇ ਸਾਹਮਣੇ ਆਉਂਦਾ, ਅਤੇ ਉਹਦੇ ਥੱਲੇ ਕਿਤੇ ਨਾ ਕਿਤੇ ਕੇਂਦਰ ਤੋਂ ਜਾਂ ਅਦਰਵਾਈਜ਼ ਕੰਸੋਲੀਡੇਟ ਕਰਕੇ ਜਿਹੜੀਆਂ ਸਿੱਖਾਂ ਦੀਆਂ ਮੰਗਾਂ ਨੇ ਉਹ ਮਨਵਾਈਆਂ ਵੀ ਜਾ ਸਕਦੀਆਂ ਨੇ, ਜਿਹਦੇ ਵਿੱਚ ਖਾਸ ਤੌਰ 'ਤੇ ਸਿੱਖ ਸਿਆਸੀ ਕੈਦੀਆਂ ਦਾ ਜ਼ਿਕਰ ਹੁੰਦਾ। ਸੋ ਕਿਵੇਂ ਦੇਖਦੇ ਹੋ? ਤੁਹਾਨੂੰ ਲੱਗਦਾ ਵੀ ਜੇ ਇਕੱਠੇ ਹੋ ਕੇ ਇਹ ਸ਼ਕਤੀ ਇਕਮੁੱਠ ਇਕਜੁੱਟ ਹੁੰਦੀ ਹੈ ਤਾਂ ਕਿ ਸਿੱਖ ਸਿਆਸੀ ਕੈਦੀਆਂ ਦੀ ਜਿਹੜੀ ਰਿਹਾਈ ਹੈ ਉਹ ਸੰਭਵ ਹੋ ਸਕਦੀ ਹੈ? ਦੇਖੋ, ਜੇ ਤੁਸੀਂ ਇਮਾਨਦਾਰੀ ਨਾਲ ਖੁਦ ਵੀ ਇਸ ਦਾ ਜਵਾਬ ਲੱਭੋਗੇ ਤਾਂ ਤੁਹਾਨੂੰ ਨਜ਼ਰ ਆਏਗਾ ਕਿ ਇਹ ਝੂਠ ਦੇ ਵਪਾਰੀ, ਕੂੜ ਦੇ ਵਪਾਰੀ ਇਕੱਠੇ ਹੋ ਕੇ ਸੱਚ ਦੀ ਵਣਜ ਕਰਨ ਚੱਲੇ ਨੇ। ਜੇ ਬਾਦਲਾਂ ਦਾ ਆਪਣਾ ਟਰੈਕ ਰੈਕਡ ਦੇਖੀਏ, ਇਹਨਾਂ ਨੇ ਕਿਵੇਂ ਇਹੀ ਨਹੀਂ ਵੀ ਰਿਹਾਈਆਂ ਰੋਕੀਆਂ, ਇਹਨਾਂ ਨੇ ਤਾਂ ਈਵਨ ਜਗਤਾਰ ਸਿੰਘ ਹਵਾਰਾ ਜਾਂ ਪ੍ਰੋਫੈਸਰ ਭੁੱਲਰ ਜਾਂ ਜਿਹੜੇ ਗੁਜਰਾਤ ਦੀ ਜੇਲ੍ਹ 'ਚ ਸੀ, ਕਪੂਰਥਲੇ ਤੋਂ ਲਾਲ ਸਿੰਘ ਜਾਂ ਦੂਜੇ, ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ 'ਚ ਨਹੀਂ ਆਉਣ ਦਿੱਤਾ ਕਿਉਂਕਿ ਜੇਲ੍ਹ ਮੈਨੂਅਲ ਜਾਂ ਦੂਜਾ ਕਿ ਉਹਨਾਂ ਨੂੰ ਜਦੋਂ ਇੱਕ ਵਾਰੀ ਸਜ਼ਾ ਹੋ ਜਾਂਦੀ ਆ ਉਹਨਾਂ ਨੂੰ ਘਰ ਦੇ ਨੇੜੇ ਜੇਲ੍ਹ 'ਚ ਰੱਖਿਆ ਜਾਏ। ਉਹਨਾਂ ਨੇ ਹਮੇਸ਼ਾ ਕਿਹਾ ਜੀ ਇਹਨਾਂ ਦੇ ਆਉਣ ਨਾਲ ਲਾ ਐਂਡ ਆਰਡਰ ਪ੍ਰੋਬਲਮ ਕ੍ਰੀਏਟ ਹੋਏਗੀ ਜੀ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਡਿਸਗ੍ਰੇਸਡ ਨੇ, ਇਹਨਾਂ ਨੂੰ ਵੀ ਕੋਈ ਨਾ ਕੋਈ ਇਸ਼ੂ ਚਾਹੀਦਾ ਹੈ। ਸਿਆਸੀ ਕੈਦੀਆਂ ਦਾ ਇਸ਼ੂ ਆਇਆ ਅਤੇ ਜੇ ਉਸ ਇਸ਼ੂ 'ਚੋਂ ਕਿਸੇ ਦਾ ਭਲਾ ਹੋ ਜਾਂਦਾ ਹੈ ਅਤੇ ਸਾਨੂੰ ਵੀ, ਅਸੀਂ ਵੀ ਇਸ ਦੇ ਉੱਤੇ ਕੋਈ ਉਜ਼ਰ ਨਹੀਂ ਕਰਦੇ। ਪਰ ਤੁਸੀਂ ਇਹ ਟੀਮ, ਫਿਰ ਇਹਦੀ ਐਕਸਟੈਂਸ਼ਨ ਦੇਖੋ, ਕਿਸ ਕਿਸਮ ਦੇ ਲੋਕ ਇਸ ਸਾਰੇ ਦਾ ਹਿੱਸਾ ਨੇ। ਹਾਲਾਂ ਜੇ ਕੋਈ ਰਾਹਤ ਦਵਾ ਸਕਦੇ ਨੇ ਤਾਂ ਦਵਾ ਤਾਂ ਉਹੀ ਸਕਦੇ ਨੇ ਜਿਹੜੇ ਸਰਕਾਰੀ ਦਰਬਾਰੇ ਪ੍ਰਵਾਨ ਚੜ੍ਹੇ ਹੋਏ ਨੇ। ਪਰ ਹੁਣ ਦੂਸਰਾ ਪਾਸਾ ਅਸੀਂ ਇਹ ਦੇਖਣਾ ਹੈ ਵੀ ਜੇ BJP ਸੁਨੀਲ ਜਾਖੜ ਨੂੰ ਆਪਣੇ ਖੈਮੇ 'ਚ ਲਿਆਂਦੀ ਹੈ, ਚਰਚਾ ਚੱਲ ਰਹੀ ਹੈ ਵੀ ਉਹਨੂੰ ਸੰਗਰੂਰ ਤੋਂ BJP ਦਾ ਉਮੀਦਵਾਰ ਵੀ ਬਣਾਇਆ ਜਾ ਸਕਦਾ ਪਾਰਲੀਮੈਂਟ ਦਾ। ਕੁਛ ਹਲਕਿਆਂ 'ਚ ਫਿਊਚਰ 'ਚ ਗੁਰਦਾਸਪੁਰ ਲਈ ਵੀ ਜਿਹੜਾ ਤਿਆਰ ਕੀਤਾ ਜਾ ਰਿਹਾ। ਔਰ ਜੇ ਕੋਈ ਵੀ ਇਸ ਕਿਸਮ ਦਾ ਉਹਨਾਂ ਨੇ BJP ਆਪਣੇ ਤੌਰ ਦੇ ਉੱਤੇ ਆਉਣ ਵਾਲੇ ਪੀਰੀਅਡ 'ਚ ਹੋਰ ਲੋਕ ਵੀ ਇਸ ਪਾਸੇ ਵੱਲ ਜਾਣਗੇ, BJP ਵੱਲ ਜਾ ਰਹੇ ਨੇ, ਅਤੇ ਉਹ ਇਹਨਾਂ ਨੂੰ ਕ੍ਰੈਡਿਟ ਕਿਉਂ ਦੇਵੇਗੀ? ਜਿਹੜੀਆਂ ਧਿਰਾਂ ਜਿਹੜੀਆਂ ਨੇ ਆਲਰੇਡੀ ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਵੇਲਾ ਵਿਹਾ ਚੁੱਕੀਆਂ ਹੈ ਜਾਂ ਉਹਨਾਂ ਨੇ ਤੋੜ ਵਿਛੋੜ ਕੀਤਾ ਬਾਦਲਾਂ ਦੇ ਨਾਲ। ਪਹਿਲਾ ਸਵਾਲ ਇਹ ਹੁੰਦਾ। ਦੂਸਰਾ, ਅਕਾਲੀਆਂ ਦੀ ਸਿਆਸਤ ਜਿਹੜੀ ਹੈ ਬਾਦਲਾਂ ਦੀ, ਉਹ ਹੁਣ ਇੱਕ ਇਹਦੇ 'ਚ ਸਿਲਵਰ ਲਾਈਨਿੰਗ ਜ਼ਰੂਰ ਹੈ, ਉਹਦੇ ਲਈ ਈਵਨ ਅਮਿਤ ਸ਼ਾਹ ਜਾਂ ਮੋਦੀ ਦੀ ਲੋੜ ਨਹੀਂ ਰਹਿੰਦੀ। ਜੇ ਅਸੀਂ ਦੇਖੀਏ ਕਿ ਰਾਜੀਵ ਗਾਂਧੀ ਅਸੈਸੀਨੇਸ਼ਨ ਕੇਸ ਦੇ ਵਿੱਚ ਜਿਹੜਾ ਲਗਭਗ 30 ਸਾਲ ਤੋਂ ਜੇਲ੍ਹ ਦੇ ਵਿੱਚ ਸੀ, ਫਾਂਸੀ ਦੀ ਉਮਰ ਕੈਦ ਹੋਈ, ਉਹਨੂੰ ਸੁਪਰੀਮ ਕੋਰਟ ਨੇ ਰਿਹਾਈ ਦਾ ਆਰਡਰ ਦਿੱਤਾ ਪਰਸੋਂ ਹੀ। ਉਹ ਜਿਸ ਦਿਨ ਜਿਹੜਾ ਉਹਨਾਂ ਦਾ ਤਾਮਿਲ ਜੈਨੋਸਾਈਡ ਰਿਮੈਂਬਰੈਂਸ ਡੇ ਸੀ, ਉਹ ਆਪਣੇ ਘਰ ਆਪਣੀ ਮਾਂ ਦੇ ਕੋਲ ਆਇਆ ਔਰ ਉਹਨੂੰ ਉਹ ਦਹੀਂ ਖਵਾ ਰਿਹਾ ਮਾਂ ਨੂੰ। ਹੁਣ ਇਹ ਇੱਕ ਹੋਪ ਹੈ ਕਿਉਂਕਿ ਇਹ ਵੀ ਇੱਕ ਪ੍ਰੈਸੀਡੈਂਟ ਹੈ ਔਰ ਕਿਉਂਕਿ ਬਲਵੰਤ ਸਿੰਘ ਰਾਜੋਆਣਾ ਦਾ ਕੇਸ ਉਸ ਕੈਟਾਗਰੀ 'ਚ ਹੀ ਫਾਲ ਕਰਦਾ ਜਿਹਦੇ 'ਚ ਆਲਰੇਡੀ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਆਮ ਮੁਆਫੀ ਦੇ ਥੱਲੇ ਉਸ ਨੂੰ ਖਤਮ ਕੀਤਾ ਗਿਆ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਜੇ ਟੌਪ ਦੇ ਅਟਰਨੀਜ਼ ਰਾਹੀਂ ਇਸ ਕਿਸਮ ਦੇ ਪ੍ਰੈਸੀਡੈਂਟ ਦੇ ਨਾਲ ਕੋਰਟ 'ਚੋਂ ਕੋਈ ਰਾਹਤ ਮਿਲ ਜਾਏ, ਉਹ ਭਾਵੇਂ ਰਾਜੋਆਣੇ ਦੇ ਕੇਸ 'ਚ ਮਿਲੇ ਜਾਂ ਦੂਸਰੇ ਕਿਸੇ ਕੇਸ 'ਚ ਹੋਏ ਜਿਹੜੇ ਵੀ ਜੋ ਉੱਥੇ ਨੇ, ਲੇਕਿਨ ਮੈਨੂੰ ਨਹੀਂ ਲੱਗਦਾ ਕਿ BJP ਗੋਡੇ ਤਾਂ ਲਵਾਏਗੀ। ਜਿਵੇਂ ਉਹ ਹਜ਼ੂਰ ਸਾਹਿਬ ਵਾਲਾ ਇੱਕ ਜਿਹੜਾ ਨਾਲ ਉਹ ਜੁਆਇਨ ਕਰਵਾਇਆ, ਉਹ ਹੈ ਹੀ RSS ਦਾ ਬੰਦਾ ਹੈ ਜੀ। ਪਟਨਾ ਸਾਹਿਬ ਵਾਲੇ 'ਚ ਅਵਤਾਰ ਸਿੰਘ ਹਿੱਤ ਅਤੇ ਦੂਜੇ ਜਿਹੜਾ ਉਹ ਵੀ ਬੋਰਡ ਉਹਨਾਂ ਦੇ ਕੰਟਰੋਲ 'ਚ ਹੈ। ਦਿੱਲੀ ਵਾਲੀ ਕਮੇਟੀ ਵੀ ਕਾਲਕਾ ਹੋਏ, ਦੂਸਰੇ ਲੋਕ ਹੋਣ, ਉਹ ਆਲਰੇਡੀ BJP ਦੀ ਛਤਰ ਛਾਇਆ ਥੱਲੇ ਨੇ। ਸੋ ਲੇਕਿਨ ਕਿਉਂਕਿ ਇਸ ਵੇਲੇ ਕਿਉਂਕਿ ਜਿਹੜਾ ਸਿਆਸੀ ਸਿੱਖ ਕੈਦੀਆਂ ਦਾ ਇਸ਼ੂ ਹੈ, ਇਹ ਇੱਕ ਬਹੁਤ ਘਟੀਆ ਸਿਆਸਤ ਦਾ ਸ਼ਿਕਾਰ ਹੋ ਚੁੱਕਾ ਹੈ। RSS ਨੇ ਰੁਲਦੇ ਰਾਹੀਂ ਜਦੋਂ ਰਾਸ਼ਟਰੀ ਸਿੱਖ ਸੰਗਤ ਨੇ ਅੱਜ ਤੋਂ ਕੁਝ ਵਰ੍ਹੇ ਪਹਿਲਾਂ ਇਸ ਦੀ ਸ਼ੁਰੂਆਤ ਕੀਤੀ, ਡਾਕਟਰ ਰਾਏ ਵਰਗਾ ਇੱਕ ਹੋਰ ਇਸ ਕਿਸਮ ਦਾ
ਮੁਖਬਰ ਕਿਸਮ ਦਾ ਬੰਦਾ ਯੂਕੇ 'ਚ ਖੜਾ ਕੀਤਾ, ਕੈਨੇਡਾ 'ਚ ਵੀ ਕੁਝ ਖੜੇ ਕੀਤੇ ਗਏ ਜੀ। ਉਦੋਂ ਮੂਵ ਹੀ ਆਰਐਸਐਸ ਦਾ ਇਹ ਸੀ ਕਿ ਜੀ ਅਸੀਂ ਤੁਹਾਡੇ ਸਿਆਸੀ ਕੈਦੀ ਛੱਡ ਦਿੰਨੇ ਔਰ ਕ੍ਰੈਡਿਟ। ਪਰ ਉਹਨਾਂ ਨੇ ਜਦੋਂ ਦੇਖਿਆ ਕਿ ਵਿੱਚੋਂ ਹੀ ਚੈਲੰਜ ਹੋ ਗਏ ਔਰ ਜਿਹੜੇ ਸਾਰੇ ਅੱਗੇ ਤੋਰ ਰਹੇ ਸੀ ਉਹਨਾਂ ਨੂੰ ਐਕਸਪੋਜ਼ ਕਰ ਦਿੱਤਾ। ਮੈਂ ਬਾਕੀਆਂ ਦੇ ਨਾਂ ਨਹੀਂ ਲੈਣੇ। ਜਦੋਂ ਲੇਟਲੀ ਅਸੀਂ ਦੇਖਦੇ ਹਾਂ ਕੌਣ ਲੋਕ ਜੁਆਇਨ ਕੀਤੇ ਔਰ ਕਿਵੇਂ ਜਿਹੜੀਆਂ ਐਸਟੀਮਡ ਸੰਸਥਾਵਾਂ ਨੇ ਸਿੱਖਾਂ ਦੀਆਂ, ਦਮਦਮੀ ਟਕਸਾਲ ਔਰ ਅਖੰਡ ਕੀਰਤਨੀ ਜਥੇ ਜਾਂ ਦੂਜੇ, ਉਹਨਾਂ 'ਚ ਵੀ ਕਿਸ ਕਿਸਮ ਦੇ ਲੋਕ ਨਿਕਲ ਕੇ ਕੋਈ ਵਾਪਸ ਜਿਨ੍ਹਾਂ ਨੂੰ ਵੀਜ਼ੇ ਦੇ ਕੇ ਉੱਥੇ ਲਿਜਾਇਆ ਗਿਆ ਔਰ ਉਹ ਸਾਰਾ ਆਰਐਸਐਸ ਦੀ ਇਨਰ ਗੇਮ ਸੀ। ਉਹਦਾ ਉਹਨਾਂ ਨੂੰ ਫਾਇਦਾ ਨਹੀਂ ਮਿਲਿਆ ਪੋਲੀਟੀਕਲੀ, ਕਿਉਂਕਿ ਇਹ ਲੋਕ ਐਕਸਪੋਜ਼ ਹੋਏ। ਰਿਪਦਮਨ ਸਿੰਘ ਮਲਕ ਵਰਗਾ ਬੰਦਾ ਵੀ ਕਿਵੇਂ ਉਹਨੂੰ ਉਹਨਾਂ ਨੇ ਆਨਰ ਕੀਤਾ। ਸੋ ਜੇ ਤਾਂ ਇਹਦੇ ਚੋਂ ਬੀਜੇਪੀ ਨੂੰ ਇਹ ਨਜ਼ਰ ਆਉਂਦਾ ਕਿ ਵੀ ਪੰਜਾਬ ਦੇ ਵਿੱਚ ਉਹ ਇਹਦਾ ਉਹਨਾਂ ਨੂੰ ਫਾਇਦਾ ਸਿਆਸੀ ਮਿਲ ਸਕਦਾ ਤੇ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਹੀ ਇਹਨੂੰ ਕਰਨਾ ਸੀ। ਪਰ ਹੁਣ ਜੇ ਉਹ ਕਰਨਗੇ ਤੇ ਜਿਸ ਕਿਸਮ ਦੇ ਲੋਕ ਹੁਣ ਉਹ ਬੀਜੇਪੀ 'ਚ ਜੁਆਇਨ ਕਰਵਾ ਰਹੇ ਨੇ, ਸੁਨੀਲ ਜਾਖੜ ਹੋਏ, ਕੱਲ੍ਹ ਨੂੰ ਕੋਈ ਹੋਰ ਹੋਏ, ਉਹਨਾਂ ਰਾਹੀਂ ਕਦੇ ਇਸ ਇਸ਼ੂ ਨੂੰ ਅੱਗੇ ਲਿਆ ਕੇ, ਕਿਉਂਕਿ ਉਸ 'ਚੋਂ ਉਹਨਾਂ ਨੂੰ ਸਿਆਸੀ ਮਫਾਦ ਜੇ ਨਜ਼ਰ ਆਏਗਾ ਤੇ ਉਹ ਕਰਨਗੇ। ਬਾਕੀ ਅਕਾਲੀਆਂ ਜਾਂ ਦੂਜਿਆਂ ਦਾ ਇਹ ਜਿਹੜੇ ਇਹਨਾਂ ਨੇ ਇਕੱਠੇ ਵੀ ਕੀਤੇ ਨੇ 8-9 ਜਾਂ ਦੂਜੇ, ਕਿਸੇ ਦਾ ਮੂੰਹ ਕਿਸੇ ਪਾਸੇ ਹੈ, ਕਿਸੇ ਦਾ ਮੂੰਹ ਕਿਸੇ ਪਾਸੇ ਹੈ। ਔਰ ਜਿਵੇਂ ਮੈਂ ਕਿਹਾ ਵੀ ਝੂਠ ਦੇ ਵਣਜਾਰੇ ਜਿਹੜੇ ਨੇ ਉਹ ਇਕੱਠੇ ਹੋ ਕੇ ਇਹ ਕਹਿੰਦੇ ਨੇ ਕਿ ਅਸੀਂ ਸੱਚ ਦਾ ਵਪਾਰ ਕਰਾਂਗੇ। ਸੋ ਮੈਨੂੰ ਇਹ ਨਜ਼ਰ ਨਹੀਂ ਆਉਂਦਾ ਕਿ ਇਹ ਕੋਈ ਵੀ ਜਿਹੜਾ ਹੈ ਕਾਰਗਰ ਹੋ ਸਕਦੇ ਨੇ ਆਪਣੇ ਉਦੇਸ਼ ਦੇ ਵਿੱਚ। ਜੀ ਡਾਕਟਰ ਸਾਹਿਬ, ਫਿਰ ਇੱਥੇ ਸਵਾਲ ਇੱਕ ਇਹ ਵੀ ਖੜਾ ਹੁੰਦਾ ਵੀ ਚਲੋ ਜ਼ਰੂਰ ਜੇ ਇਹਦੇ ਵਿੱਚੋਂ ਸਿੱਖ ਸਿਆਸੀ ਕੈਦੀਆਂ ਨੂੰ ਕੋਈ ਰਾਹਤ ਮਿਲਦੀ ਹੈ, ਪੈਰੋਲ ਮਿਲਦੀ ਹੈ, ਪ੍ਰੋਫੈਸਰ ਭੁੱਲਰ ਸਮੇਤ ਹੋਰਾਂ ਦੀ ਕਿਸੇ ਦੀ ਰਿਹਾਈ ਦੀ ਗੱਲ ਤੁਰਦੀ ਹੈ, ਨੋ ਡਾਊਟ ਉਹ ਹੋਣਾ ਚਾਹੀਦਾ ਹੈ। ਪਰ ਡਾਊਨ ਸਾਈਡ ਜੇ ਮਤਲਬ ਗੱਲ ਨਹੀਂ ਬਣਦੀ, ਹੁਣ ਜਿਹੜੀਆਂ ਪੋਸਟ 1984 ਜਿਹੜੀਆਂ ਧਿਰਾਂ ਨੇ, ਆਜ਼ਾਦੀ ਪਸੰਦ ਧਿਰਾਂ ਨੇ, ਉਹਨਾਂ ਦੇ ਉਹ ਛੋਟੀ ਹੋਵੇ ਵੱਡੀ ਹੋਵੇ, ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਪਰ ਸਾਰਿਆਂ ਦੀ ਆਲ ਇਨ ਆਲ ਇਹਨਾਂ ਮੀਟਿੰਗਸ ਦੇ ਵਿੱਚ ਸ਼ਮੂਲੀਅਤ ਹੈਗੀ ਹੈ। ਕਿਤੇ ਨਾ ਕਿਤੇ ਉਹ ਇਸ ਸਾਰੇ ਪ੍ਰੋਜੈਕਟ ਦਾ ਪਾਰਟ ਨੇ, ਜਿਹੜਾ ਕਿ ਹੋਣਾ ਵੀ ਚਾਹੀਦਾ। ਪਰ ਇੱਕ ਕੌਸ਼ਨ ਹੈ, ਇੱਕ ਸਵਾਲ ਉੱਠਦਾ ਵੀ ਜੇ ਬਾਈ ਚਾਂਸ ਕੋਈ 19-21 ਹੁੰਦੀ ਹੈ, ਨਹੀਂ ਉਹ ਹੁੰਦੀ, ਤਾਂ ਇਹ ਨਾ ਹੋਵੇ ਵੀ ਉਹ ਵੀ ਕਿਤੇ ਨਾ ਕਿਤੇ ਡਿਸਗ੍ਰੇਸ ਹੋਣ, ਜਾਂ ਉਹਨਾਂ ਦੇ ਵਿੱਚੋਂ ਜਿਵੇਂ ਇੱਕ ਟੈਕਟਿਕ ਹੁੰਦਾ ਬੀਜੇਪੀ ਬੰਦੇ ਆਪਣੇ ਵੱਲ ਖਿੱਚ ਰਹੀ ਹੈ ਵੀ ਉਹੀ ਸਾਰੇ ਬੰਦੇ ਕਿਤੇ ਫੇਰ ਨਾ ਦੂਜੇ ਪਾਸੇ ਨੂੰ ਰੁੜ ਜਾਣ, ਵੀ ਇਸ ਕਿਸਮ ਦਾ ਨਾ ਵਰਤਾਰਾ ਵਾਪਰ ਜਾਵੇ। ਦੇਖੋ, ਕਈ ਵਾਰ ਜਿਹੜਾ ਏਜੰਡਾ ਹੁੰਦਾ ਹੈ ਉਸ ਦੀ ਖਿੱਚ ਇੰਨੀ ਜ਼ਿਆਦਾ ਹੁੰਦੀ ਹੈ ਜਾਂ ਉਸ ਵਿੱਚ ਪੋਟੈਂਸ਼ੀਅਲ ਇੰਨਾ ਹੁੰਦਾ ਹੈ ਕਿ ਚੰਗੇ ਲੋਕ ਜਿਹੜੇ ਸਮਝ ਵੀ ਰਹੇ ਹੁੰਦੇ ਨੇ ਕਿ ਦੂਜਿਆਂ ਦੀ ਨੀਅਤ ਸਾਫ਼ ਨਹੀਂ ਹੈ, ਉਹ ਜੁਆਇਨ ਕਰਨ ਤੇ ਮਜਬੂਰ ਹੁੰਦੇ ਨੇ ਕਿ ਤਾਂ ਕਿ ਆਪਣੀ ਕੌਮ ਦੇ ਵਿੱਚ ਇਹ ਪ੍ਰਭਾਵ ਨਾ ਜਾਏ ਕਿ ਦੇਖੋ ਬੰਦੀ ਸਿੰਘਾਂ ਦੀ ਰਿਹਾਈ ਹੋ ਜਾਣੀ ਸੀ ਜੇ ਸਾਂਝ ਕਰਦੇ। ਸੋ ਮੈਨੂੰ ਇਹ ਲੱਗਦਾ ਹੈ ਵੀ ਜਿਹੜੀਆਂ ਪੰਥਕ ਧਿਰਾਂ ਨੇ ਇਹਨਾਂ ਨੂੰ ਜਦੋਂ ਮੈਂ ਝੂਠ ਦੇ ਵਣਜਾਰਿਆਂ ਦੀ ਗੱਲ ਕੀਤੀ ਹੈ ਤਾਂ ਮੈਂ ਬੜਾ ਕਲੀਅਰ ਹੈ ਕਿ ਮੈਂ ਕਿਹਨਾਂ ਧਿਰਾਂ ਦੀ ਗੱਲ ਕਰ ਰਿਹਾ। ਜਿਹੜੀਆਂ ਪੰਥਕ ਧਿਰਾਂ ਨੇ, ਆਜ਼ਾਦੀ ਪਸੰਦ ਨੇ, ਜਿਹੜੇ ਸਟਰੋਂਗਲੀ ਖਲੋਤੇ ਨੇ ਪਿਛਲੀਆਂ 3-4 ਦਹਾਈਆਂ ਤੋਂ, ਮੈਨੂੰ ਇਹ ਲੱਗਦਾ ਹੈ ਵੀ ਉਹਨਾਂ ਦੇ ਕੋਲ ਸ਼ਾਇਦ, ਔਰ ਉਹਨਾਂ ਨੇ ਸ਼ਾਇਦ ਠੀਕ ਫੈਸਲਾ ਲਿਆ ਕਿ ਉਹਨਾਂ ਨੇ ਆ ਕੇ ਇੱਕ ਵਾਰ ਫਿਰ ਸੰਗਤ ਦੇ ਸਾਹਮਣੇ ਇਹ ਦੱਸਿਆ ਕਿ ਭਾਈ ਦੇਖੋ, ਅਸੀਂ ਤਾਂ ਜਿੱਥੇ ਪੰਥ ਦੀ ਚੜ੍ਹਦੀ ਕਲਾ ਜਾਂ ਪੰਥ ਦਾ ਭਲਾ ਹੁੰਦਾ, ਅਸੀਂ ਇਹਨਾਂ ਕੂੜਿਆਂ ਦੇ ਨਾਲ ਵੀ ਬਹਿਣ ਨੂੰ ਤਿਆਰ ਹਾਂ। ਸੋ ਮੈਂ ਸਮਝਦਾ ਵੀ ਉਹਨਾਂ ਨੇ ਆਪਣੀ ਪੋਜੀਸ਼ਨ ਬੜੀ ਕਲੀਅਰ ਕੀਤੀ ਹੋਈ ਹੈ। ਤੇ ਜੇ ਇਹ ਭੱਜਣਗੇ, ਨਾ ਵੀ ਭੱਜੇ, ਇਹਨਾਂ ਤੋਂ ਕੋਈ ਕਰਨ ਪਾਉਣ ਵਾਲਾ ਨਹੀਂ ਹੈ। ਇਹਨਾਂ ਦੀਆਂ ਅੰਗਲੀਆਂ ਸੰਗਲੀਆਂ ਕਿੱਥੇ ਰਲੀਆਂ ਹੋਈਆਂ ਨੇ, ਕੀ ਹੈ। ਅਮਿਤ ਸ਼ਾਹ ਦੀ ਤੁਸੀਂ ਲਾਈਨ ਦੇਖੋ, ਬਿਕਰਮ ਮਜੀਠੀਏ ਨੂੰ ਜੇਲ੍ਹ ਚੋਂ ਕਢਾਇਆ, ਸੱਦ ਕੇ ਕਿਹਾ ਵੀ ਨਵਜੋਤ ਸਿੱਧੂ ਦੇ ਬਰਾਬਰ ਖਲੋ ਜਾ ਕੇ, ਉਹਨੂੰ ਵੀ ਨੈਗੇਟ ਕੀਤਾ, ਉਹਨੂੰ ਵੀ, ਦੋਨੋਂ ਹਾਰੇ। ਤੇ ਉਹੀ ਬਿਕਰਮ ਮਜੀਠੀਆ ਨੂੰ ਫੇਰ ਈਡੀ ਵਾਲਿਆਂ ਨੇ ਚੁੱਕ ਕੇ ਦਿੱਤਾ, ਸੁਪਰੀਮ ਕੋਰਟ ਨੇ ਜ਼ਮਾਨਤ ਵੀ ਨਹੀਂ ਹੋਣ ਦਿੱਤੀ। ਉਹੀ ਨਵਜੋਤ ਸਿੱਧੂ ਜਿਹੜਾ ਇਹਦੇ ਬਾਵਜੂਦ ਕਿ ਇਹ ਰੋਡ ਰੇਜ ਕੇਸ ਤਾਂ ਜਿਹੜਾ ਉਹ 32 ਸਾਲ ਪਹਿਲਾਂ ਹੁੰਦਾ ਹੈ, ਉਸ ਤੋਂ ਬਾਅਦ ਅਟਲ ਬਿਹਾਰੀ ਵਾਜਪਾਈ ਸੱਦ ਕੇ ਟਿਕਟ ਦਿੰਦਾ ਉਹਨੂੰ, 2-3 ਵਾਰੀ ਬੀਜੇਪੀ ਦਾ MP ਰਹਿੰਦਾ। ਹੁਣ ਉਹ ਕਾਂਗਰਸ ਦੇ ਵਿੱਚ ਸੀ ਔਰ ਬੀਜੇਪੀ ਨੂੰ ਇਹ ਲੱਗਦਾ ਸੀ ਕਿ ਭਾਈ ਉਹਦਾ ਇੱਕ ਨੈਰੇਟਿਵ ਜਾਂ ਦੂਸਰਾ ਵਿਕਦਾ, ਉਹਦੇ ਕੋਲ ਇੱਕ ਕੈਰਿਜ਼ਮਾ ਹੈਗਾ। ਔਰ ਉਹਨਾਂ ਨੇ ਐਸੇ ਅੰਦਾਜ਼ ਦੇ ਵਿੱਚ ਉਸੇ ਸੁਪਰੀਮ ਕੋਰਟ ਦਾ ਉਹੀ ਬੈਂਚ ਜਿਹੜਾ ਹੈ, ਉਹਦੇ 'ਚੋਂ ਕੌਲ ਨਾਂ ਦਾ ਜੱਜ ਕਸ਼ਮੀਰੀ ਪੰਡਤ, ਉਹ ਉਹਨੂੰ ਉਸੇ ਹੀ ਕੇਸ ਦੇ ਵਿੱਚ ਵਾਪਸ, ਜਿੱਥੇ ਕਿ ਇਹ ਕਿਹਾ ਸੀ ਵੀ ਨੋ ਡਾਇਰੈਕਟ ਐਵੀਡੈਂਸ, ਆਪਣੀ ਜਜਮੈਂਟ ਨੂੰ ਹੀ ਰੀਵਿਜ਼ਿਟ ਕਰਕੇ ਉਹਨੂੰ 1 ਸਾਲ ਦੇ ਲਈ ਪਟਿਆਲਾ ਜੇਲ੍ਹ 'ਚ ਤੁੰਨ ਦਿੰਦਾ ਹੈ। ਹੁਣ ਉੱਥੇ ਹੀ ਮਜੀਠੀਆ ਤੇ ਨਵਜੋਤ ਸਿੱਧੂ ਇੱਕ ਦੂਜੇ ਨੂੰ ਦੇਖ ਕੇ ਕਹਿਣਗੇ ਕਿ ਭਾਈ ਦੇਖ ਤੂੰ, ਮੈਂ ਵੀ ਉਸ ਖੇਡ ਦਾ ਹਿੱਸਾ ਬਣ ਗਿਆ, ਤੂੰ ਵੀ ਉਸ ਖੇਡ ਦਾ ਬਣ ਗਿਆ। ਹਾਲਾਂ ਮੈਨੂੰ ਲਾਅ ਨਹੀਂ ਪਤਾ ਕਿ ਬਈ 1 ਸਾਲ ਦੀ ਕਨਵਿਕਸ਼ਨ ਤੋਂ ਬਾਅਦ ਸ਼ਾਇਦ ਉਹ
ਕਿਸੇ ਪਬਲਿਕ ਆਫਿਸ ਦੇ ਵਿੱਚ ਲੜਨ ਦੇ ਕਾਬਿਲ ਹੀ ਨਾ ਰਹਿੰਦਾ ਹੋਏ। ਸੋ ਜਿਵੇਂ ਅਮਰੀਕਾ ਦੇ ਵਿੱਚ ਹੈ ਕਿ ਜੇ ਤੁਹਾਡੀ ਫੈਲਨੀ ਹੈ, ਕਿਸੇ ਮਾਮਲੇ 'ਚ ਤੁਹਾਨੂੰ 1 ਸਾਲ ਦੀ ਸਜ਼ਾ ਹੁੰਦੀ ਹੈ ਤੇ ਤੁਹਾਡਾ ਗ੍ਰੀਨ ਕਾਰਡ ਖਤਮ ਹੋ ਜਾਂਦਾ ਔਰ ਵਰਥ ਡਿਪੋਰਟਿੰਗ। ਮੈਨੂੰ ਨਹੀਂ ਪਤਾ ਉੱਥੋਂ ਦਾ ਕੀ ਲਾਅ ਹੈ, ਪਰ ਤੁਸੀਂ ਇਹ ਦੇਖੋ ਕਿ ਵੀ ਬੀਜੇਪੀ ਨੇ ਜਿਹੜਾ ਸਿੱਖ ਕੌਮ ਨੂੰ ਮਾਰਨ ਦੇ ਲਈ, ਆਪਣੇ ਜਜ਼ਬ ਕਰਨ ਲਈ ਘੇਰਾ ਹੈ, ਉਹ ਜੁਡੀਸ਼ਰੀ ਰਾਹੀਂ ਵੀ, ਡਿਸਗਰੰਟਡ ਐਲੀਮੈਂਟਸ ਰਾਹੀਂ ਵੀ, ਸਿਆਸੀ ਕੈਦੀਆਂ ਦੇ ਮੁੱਦੇ ਨੂੰ ਇੱਕ ਜਿਹੜਾ ਤਲਵਾਰ ਵਾਂਗ ਵਰਤ ਕੇ ਵੀ, ਔਰ ਪੰਜਾਬ ਦੀ ਕਿਸਾਨੀ ਔਰ ਦੂਸਰਿਆਂ ਨੂੰ ਘੇਰ ਕੇ ਵੀ, ਜਿਵੇਂ ਭਗਵੰਤ ਮਾਨ ਔਰ ਦੂਸਰਾ ਜਾ ਕੇ ਅਮਿਤ ਸ਼ਾਹ ਦੇ ਨਾਲ ਉਹ ਹਰ ਚੌਥੇ ਦਿਨ ਮਿਲਦਾ ਹੈ। ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਵਕਤ ਪਾ ਕੇ ਤਾਕਤ ਦਾ ਭੁੱਖਾ ਇਹ ਬੰਦਾ ਹੈ ਜਿਹਨੇ ਵਿਦਨ ਆਪਣੀ ਪਾਰਟੀ ਦੇ ਵੀ ਬਾਕੀ ਸਾਰਿਆਂ ਦੇ ਖਿਲਾਫ ਸਾਜ਼ਿਸ਼ ਦਾ ਹਿੱਸਾ ਬਣਿਆ। ਉਹ ਕੱਲ੍ਹ ਨੂੰ ਜਿਹੜਾ ਉਹ ਅਮਿਤ ਸ਼ਾਹ ਦਾ ਹੀ ਹਿੱਸਾ ਬਣ ਜਾਏ ਜੇ ਉਹਨੂੰ ਲੱਗੇ ਕਿ ਬਈ ਕੇਜਰੀਵਾਲ ਮੈਨੂੰ ਪਾਸੇ ਕਰਨਾ ਚਾਹੁੰਦਾ। ਸੋ ਇਸ ਕਿਸਮ ਦੀ ਖੁਦਗਰਜ਼ਾਂ ਦੀ ਸਿਆਸਤ 'ਚੋਂ ਮੈਨੂੰ ਨਹੀਂ ਲੱਗਦਾ ਵੀ ਸਾਨੂੰ ਕੋਈ ਤਵੱਕੋ ਕਰਨੀ ਚਾਹੀਦੀ ਹੈ। ਸਿੱਖਾਂ ਨੂੰ ਇਸ ਗੱਲ ਦੇ ਉੱਤੇ ਫੋਕਸ ਕਰਨਾ ਚਾਹੀਦਾ ਹੈ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਸਾਡਾ ਐਫਰਟ ਆਪਣੀ ਇੰਡੀਪੈਂਡੈਂਟ ਸੋਵਰਨ ਆਜ਼ਾਦੀ ਦੇ ਲਈ, ਖਾਲਿਸਤਾਨ ਦੇ ਲਈ ਹੋਣਾ ਚਾਹੀਦਾ ਹੈ। ਬਾਕੀ ਇਹ ਜਿਹੜੀਆਂ ਬਹੁਤ ਘਟੀਆ ਕਿਸਮ ਦੀਆਂ ਚੋਰਾਂ ਦੀਆਂ, ਇਹਨਾਂ ਕਮੀਨਿਆਂ ਦੀਆਂ, ਇਹਨਾਂ ਜ਼ਾਲਮਾਂ ਦੀਆਂ ਚਾਲਾਂ ਨੇ, ਅਸੀਂ ਇਹ ਸਮਝਦੇ ਹਾਂ ਵੀ ਇਹ ਚਾਣਕਿਆ। ਔਰ ਇਸ ਗੱਲ ਦਾ ਵੀ ਧਿਆਨ ਰਿਹਾ, ਅੱਜ ਹੀ ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸੀ ਬਿਹਾਰ ਦੇ ਹਵਾਲੇ ਨਾਲ, ਤੇ ਉਹਨੇ ਕਿਹਾ ਜੀ ਬਿਹਾਰ ਨੇ ਚਾਣਕਿਆ ਦਿੱਤਾ ਹੈ, ਬਿਹਾਰ ਨੇ ਚੰਦਰਗੁਪਤ ਮੌਰੀਆ ਦਿੱਤਾ ਹੈ, ਬਿਹਾਰ ਨੇ ਸ਼ਤਰੂਘਨ ਸਿੰਘ। ਜਦੋਂ ਚਾਣਕਿਆ ਦਾ ਖਿਆਲ ਆਇਆ, ਮੈਂ ਕਿਹਾ ਵੀ ਇਹ ਜਦੋਂ ਅਸੀਂ ਇਸ ਬੈਲਟ ਦੀ ਗੱਲ ਕਰਦੇ ਹਾਂ, ਇਹ ਤਾਂ ਹੈ ਹੀ ਸਾਰੇ ਕਨਵੋਲਿਊਟਡ ਨੇ। ਅਸੀਂ ਤਾਂ ਸਿੱਧੇ ਸਾਦੇ ਲੋਕ ਜਿਹੜੇ 2 ਵੇੜੇ ਦੀ ਅਰਦਾਸ ਵੀ ਅਕਾਲ ਪੁਰਖ ਤੋਂ ਮੰਗਦੇ ਹਾਂ ਕਿ ਭਾਈ ਅਸੀਂ ਅਕਾਲ ਪੁਰਖ ਤੋਂ ਭਰੋਸਾ ਵੀ ਮੰਗਦੇ ਹਾਂ, ਵਸਾ ਵੀ ਮੰਗਦੇ ਹਾਂ। ਤੇ ਇਹ ਜਿਹੜਾ ਜਿਨ੍ਹਾਂ ਦੀ ਸਾਰੀ ਆਈਡੀਓਲੋਜੀ ਮਬਨੀ ਜਿਹੜੀ ਹੈ ਝੂਠ ਤੇ ਹੈ, ਔਰ ਜਿਨ੍ਹਾਂ ਦੀ ਆਈਡੀਓਲੋਜੀ ਇਹ ਹੈ ਕਿ ਜੀ ਮੇਰਾ ਇਹ ਮਤਲਬ ਤਾਂ ਨਹੀਂ ਸੀ, ਜਿਹਨੂੰ ਕਦੇ ਨਹਿਰੂ ਨੇ ਇਹ ਕੋਟ ਕੀਤਾ ਸੀ ਕਿ ਬਾਤ ਐਸੀ ਕੀਜੀਏ ਹਰ ਬਾਤ ਕੇ 100 ਪਹਿਲੂ ਹੋਂ, ਕੋਈ ਪਹਿਲੂ ਤੋਂ ਰਹੇ ਬਾਤ ਬਦਲਨੇ ਕੇ ਲਈ। ਸਾਡਾ ਵਾਹ ਇਹਨਾਂ ਦੇ ਨਾਲ ਹੈ ਤੇ ਕੁਛ ਉੱਥੋਂ ਨਿਕਲਣਾ ਨਹੀਂ ਹੈ। ਸਾਨੂੰ ਆਪਣੀ ਆਜ਼ਾਦੀ, ਖਾਲਿਸਤਾਨ ਦੀ ਕਾਇਮੀ ਦੇ ਉੱਤੇ ਫੋਕਸ ਕਰਨ ਦੀ ਲੋੜ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇੱਥੇ ਹੀ ਸਾਡਾ ਜਿਹੜਾ ਅੱਜ ਦੇ ਸ਼ੋਅ ਦਾ ਸਮਾਂ ਆ ਉਹ ਸਮਾਪਤ ਹੁੰਦਾ। ਜਿਵੇਂ ਵਿਊਅਰਸ ਦੇ ਲਈ ਮੈਂ ਜ਼ਰੂਰ ਇਹ ਚਾਹੂੰਗਾ ਕਿ ਅਸੀਂ ਜਦੋਂ ਇਹ ਸਾਰੇ ਪਾਰਟ ਦੇ ਉੱਤੇ ਗੱਲ ਕਰ ਰਹੇ ਹਾਂ ਤੇ ਸੀਰੀਅਸ ਚੈਲੰਜਸ ਨੇ ਸਿੱਖਾਂ ਦੇ ਸਾਹਮਣੇ, ਕੌਮ ਦੇ ਸਾਹਮਣੇ। ਸੋ ਜਿੱਥੇ ਵੀ ਅਸੀਂ ਵਸਦੇ ਹਾਂ, ਬੈਠੇ ਹਾਂ ਦੁਨੀਆ ਭਰ ਦੇ ਵਿੱਚ, ਖਾਸ ਤੌਰ 'ਤੇ ਡਾਇਸਪੋਰਾ ਦੇ ਵਿੱਚ, ਜ਼ਰੂਰ ਇਸ ਗੱਲ ਨੂੰ ਯਕੀਨੀ ਬਣਾਈਏ ਜਿੱਥੇ ਆਪਣੇ ਘਰਾਂ ਦੇ ਵਿੱਚ ਇਹਨਾਂ ਇਸ਼ੂਜ਼ ਦੇ ਉੱਤੇ ਚਰਚਾ ਹੋਵੇ, ਨੌਜਵਾਨ ਪੀੜ੍ਹੀ ਦੇ ਵਿੱਚ ਇਸ ਗੱਲ ਦੀ ਜਾਗਰੂਕਤਾ ਹੋਵੇ, ਉੱਥੇ ਨਾਲ ਹੀ ਨਾਲ ਆਪਣਾ ਦਸਵੰਧ ਜ਼ਰੂਰ ਕੱਢੀਏ, ਸਮੇਂ ਦਾ ਵੀ ਤੇ ਆਪਣੀ ਜਿਹੜੀ ਕਿਰਤ ਕਮਾਈ ਹੈ ਉਹਦਾ ਵੀ ਇੱਕ ਹਿੱਸਾ। ਸੋ ਉਹੀ ਜਿਹੜੀ ਕਿਰਤ ਕਮਾਈ ਹੈ ਤੁਹਾਡੇ ਇੰਸਟੀਚਿਊਟਸ ਨੂੰ ਸਟਰੋਂਗ ਕਰਦੀ ਹੈ। ਉਸੇ ਦੇ ਨਾਲ ਅਸੀਂ TV 84 ਦੇ ਮਾਧਿਅਮ ਰਾਹੀਂ ਮੀਡੀਆ ਦੇ ਪਿੜ ਦੇ ਵਿੱਚ ਸਿੱਖਾਂ ਦਾ ਇੱਕ ਨੈਰੇਟਿਵ ਸਿਰਜਣ ਦੇ ਵਿੱਚ ਆਪਣੀ ਕੋਸ਼ਿਸ਼ ਦੇ ਨਾਲ ਲੱਗੇ ਹੋਏ ਹਾਂ। ਸੋ ਤੁਹਾਡੀ ਮਦਦ ਦੀ, ਸਹਾਇਤਾ ਦੀ, ਡੋਨੇਸ਼ਨਸ ਦੀ ਸਾਨੂੰ ਲੋੜ ਹੈ ਤਾਂ ਕਿ ਅਸੀਂ ਇਸ ਪ੍ਰੋਜੈਕਟ ਨੂੰ ਚੱਲਦਾ ਰੱਖ ਸਕੀਏ ਤੇ ਨਾਲ ਹੀ ਨਾਲ ਅੱਗੇ ਵਧਾ ਸਕੀਏ। ਸੋ ਸਾਨੂੰ ਤੁਸੀਂ ਡੋਨੇਟ ਕਰ ਸਕਦੇ ਹੋ ਸਾਡੀ ਵੈਬਸਾਈਟ ਦੇ ਰਾਹੀਂ www.tv84.tv ਦੇ ਉੱਤੇ ਜਾ ਕੇ, ਜਾਂ ਜਿਹੜਾ ਸਕਰੀਨ ਦੇ ਉੱਤੇ ਇਨਫੋਰਮੇਸ਼ਨ ਆ ਰਹੀ ਹੈ ਸਾਡਾ ਐਡਰੈਸ ਦੇ ਉੱਤੇ ਤੁਸੀਂ ਸਾਨੂੰ ਮੇਲ ਵੀ ਕਰ ਸਕਦੇ ਹੋ। ਚੈੱਕ ਆਪਣਾ 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101, ਜਾਂ ਫਿਰ ਇਸ ਦਿੱਤੇ ਫ਼ੋਨ ਨੰਬਰ ਦੇ ਉੱਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਜਿਸ ਕਿਸਮ ਦੇ ਆਪਣੇ ਤੁਹਾਡੇ ਸੁਝਾਅ ਨੇ ਜਾਂ ਹੋਰ ਕਿਸੇ ਕਿਸਮ ਦਾ ਸਵਾਲ ਹੁੰਦਾ ਉਹਦੇ 'ਤੇ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। 5166191984 ਇਸ ਨੰਬਰ ਦੇ ਉੱਤੇ WhatsApp ਰਾਹੀਂ ਜਾਂ ਡਾਇਰੈਕਟ ਕਾਲਸ ਜਾਂ ਮੈਸੇजेस ਦੇ ਰਾਹੀਂ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਇਸ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।